ਧੰਨ ਵਾਹਿਗੁਰੂ ਸਾਹਿਬ ਜੀਓ। ਧਰਨ ਗਗਨ ਨਵ ਖੰਡ ਮਹਿ ਜੋਤ ਸਵੈਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਾਰ। ਹਰ ਹਰ ਨਾਮ ਜਪੰਤਿਆ, ਕਛ ਨ ਕਹੈ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤਹਿ ਮਿਲੇ ਗੋਪਾਲ। ਵਾਹਿਗੁਰੂ ਸਾਹਿਬ ਜੀਓ। ਝੂਲਨਾ ਛੰਦ। ਆਦਿ ਧਰਮ ਆਦਿ ਬਿਸਮ ਆਦਿ ਗੁਰ ਏ ਨਮਹਿ। ਪ੍ਰਗਟ ਪੂਰਨ ਬ੍ਰਹਮ ਜੋਤ ਰਾਖੀ, ਮੇਲ ਚਾਤਰ ਵਰਨ ਇਕ ਵਰਨ ਹੋਏ ਸਾਧ ਸੰਗ। ਸਹਿਜ ਧੁਨ ਕੀਰਤਨ ਸ਼ਬਦ ਸਾਖੀ, ਨਾਮ ਨੇਹ ਕਾਮ ਨਿਜ ਧਾਮ। ਗੁਰ ਸਿੱਖ ਸ਼ਰਵਣ ਧੁਨ, ਗੁਰ ਸਿੱਖ ਸੁਮਤ ਅਲਖ ਲਾਖੀ। ਕਿੰਚਿਤ ਕਟਾਸ਼ ਕਰ ਕਿਰਪਾ ਦੇ ਜਾਹਿ ਲੈ, ਤਾਹੇ ਅਵਗਾਹੇ ਪ੍ਰੈ ਪ੍ਰੀਤ ਚਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤਰ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਪਾਵਨ ਅਸਥਾਨ 'ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਮਾਲਕ ਤਿੰਨਾਂ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਜੀ ਦੇ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ, ਜੀਵਨ ਦਾ ਸਹੀ ਮਾਰਗ ਢੂੰਡਣ ਵਾਸਤੇ, ਜੀਵਨ ਨੂੰ ਮੰਜ਼ਲ 'ਤੇ ਪਹੁੰਚਾਉਣ ਵਾਸਤੇ, ਪ੍ਰਭੂ ਦੀ ਬਖਸ਼ਿਸ਼ ਨੂੰ ਪਾਉਣ ਵਾਸਤੇ ਆਪਣੇ ਆਪ ਨੂੰ ਸਫਲਾਉਣ ਦਾ ਯਤਨ ਪਏ ਕਰ ਰਹੇ ਹਾਂ। ਮਹਾਰਾਜ ਜੀ ਨੇ ਜੋ ਸਾਨੂੰ ਮਾਰਗ ਦਰਸਾਇਆ ਹੈ, ਜੋ ਸਾਡੇ ਤੱਕ ਉਪਦੇਸ਼ ਪਹੁੰਚਾਇਆ ਹੈ, ਉਹ ਸਰਗੁਣਤਾ ਦੇ ਵਿੱਚ ਆ ਕੇ ਹੈ। ਸਰਗੁਣ ਦੇ ਅੰਦਰ ਆ ਕੇ ਸਤਿਗੁਰੂ ਨੇ ਉਪਦੇਸ਼ ਜੋ ਦਿੱਤਾ ਹੈ, ਉਹ ਪਾਵਨ ਉਪਦੇਸ਼ ਗੁਰੂ ਕੇ ਸਿੱਖਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ, ਸੁਣ ਕੇ ਵਸਾਇਆ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਦਰ ਪ੍ਰੇਮ ਧਾਰਨ ਕੀਤਾ ਹੈ ਤੇ ਉਸ ਪ੍ਰੇਮ ਦੇ ਸਦਕਾ ਹੁਲਾਰਿਆਂ ਦੇ ਸਹਿਤ ਉਸ ਗੁਰੂ ਕੀ ਬਖਸ਼ਿਸ਼ ਨੂੰ ਗੁਰਸਿੱਖ ਭਾਈਆਂ ਤੱਕ ਸੰਸਾਰ ਦਾ ਭਲਾ ਕਰਨ ਹਿਤ
ਅੱਗੇ ਉਹਦਾ ਪ੍ਰਚਾਰ ਵੀ ਕੀਤਾ ਹੈ, ਪਸਾਰ ਵੀ ਕੀਤਾ ਹੈ। ਤੇ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਤੇ ਗੁਰੂ ਦੀ ਬਹੁਤ ਹੀ ਕਿਰਪਾ ਹੋਈ, ਉਹਨਾਂ ਨੇ ਕਲਮ ਬੰਦ ਕੀਤਾ ਹੈ। ਗੁਰੂ ਨੇ ਜੋ ਕਲਮ ਬਖਸ਼ ਦਿੱਤੀ, ਉਹਦੇ ਨਾਲ ਉਸ ਗੁਰਮਤ ਬਚਨਾਂ ਨੂੰ ਕਲਮ ਦੇ ਨਾਲ ਬੰਦ ਕਰਕੇ, ਗੁੰਥੜ ਕਰਕੇ, ਆਉਣ ਵਾਲੀ ਲੋਕਾਈ ਲਈ ਮਾਰਗ ਢੂੰਡਣਾ ਸੁਖਿਆਲਾ ਹੋ ਜਾਵੇ, ਮਾਰਗ ਤੇ ਚੱਲਣਾ ਜਿਹੜਾ ਸਫਲਾ ਹੋ ਜਾਵੇ, ਜੀਵਨ ਸਫਲਾ ਹੋ ਜਾਵੇ। ਇਹਨਾਂ ਬਚਨਾਂ ਨੂੰ ਅਪਣਾ ਕੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਕਮਾਇਆ ਹੈ, ਧਿਆਇਆ ਹੈ, ਰਸਨਾ ਦੁਆਰਾ ਉਚਾਰਿਆ ਹੈ, ਕਲਮ ਪਕੜ ਕੇ ਬਖਸ਼ੀ ਹੋਈ ਦਾਤੇ ਦੀ ਉਹਨਾਂ ਨੂੰ ਕਾਗਜ਼ ਦੀ ਛਾਤੀ ਉੱਪਰ ਗੁੰਥੜ ਕਰਕੇ ਲਿਖ ਦਿੱਤਾ ਹੈ। ਉਹਨਾਂ ਦੀ ਰਸਨਾਵਲੀ ਦੀ ਚੱਲ ਰਹੀ ਲੜੀਵਾਰ ਵਿਚਾਰ ਅਸੀਂ ਪੜ੍ਹਦੇ ਸੁਣਦੇ ਆ ਰਹੇ। ਭਾਈ ਸਾਹਿਬ ਜੀ ਦੇ ਕਵਿਸਵਾਈਆਂ ਦੀ ਵਿਚਾਰ ਚੱਲਦੀ, ਆ ਝੋਲਣਾ ਛੰਦ ਆਇਆ। ਭਾਈ ਸਾਹਿਬ ਕਹਿੰਦੇ, ਜੋ ਆਦ ਧਰਮਾਦ, ਜੋ ਆਦ ਅਕਾਲ ਪੁਰਖ ਵੈਗੁਰੂ ਮੁੱਢ ਸਰੂਪ ਹੈ, ਜਿਹਦੇ ਤੋਂ ਪਹਿਲਾਂ ਕੁਝ ਵੀ ਨਹੀਂ, ਸਭ ਦਾ ਆਦ ਹੈ। ਉਸ ਨੂੰ ਮਹਾਰਾਜ ਮਿਹਰ ਕਰਦੇ ਨੇ, ਆਦ ਗੁਰ ਇਹ ਨਮ ਹੈ। ਉਸ ਆਦ ਸਰੂਪ ਸਤਿਗੁਰੂ ਨੂੰ ਨਮਸਕਾਰ ਹੈ। ਉਹਨੂੰ ਮਹਾਰਾਜ ਇਹ ਵੀ ਕਹਿੰਦੇ ਆਦ ਸੱਚ, ਉਹ ਆਦ ਪੁਰਖ ਜਿਹੜਾ ਹੈ ਉਹ ਸੱਚ ਸਰੂਪ ਹੈ। ਤੇ ਉਹ ਧਰਮਾਦ, ਧਰਮ ਤੋਂ ਆਦ ਜਿਹੜੇ ਪਦਾਰਥ ਨੇ, ਜਿਹੜਾ ਆਦ ਮੁੱਢ ਨਾਲ ਵੈਗੁਰੂ ਨਾਲ ਜੁੜ ਜਾਂਦਾ ਹੈ, ਗੁਰਸਿੱਖ ਪਿਆਰਾ ਉਹਨੂੰ ਧਰਮ, ਅਰਥ, ਅਰ, ਕਾਮ, ਮੋਖ, ਇਹ ਚਾਰੋਂ ਪਦਾਰਥਾਂ ਦੀ ਬਖਸ਼ਿਸ਼ ਹੋ ਜਾਂਦੀ। ਉਹਦੀਆਂ ਸਵੈ ਕਾਮਨਾਵਾਂ ਕੋਈ ਰਹਿੰਦੀਆਂ ਹੀ ਨਹੀਂ, ਸੰਪੂਰਨਤਾ ਆਉਂਦੀ ਏ। ਧਰਮ ਦਾ ਧਰਮ ਨੂੰ ਧਾਰਨ ਕਰ ਲੈਂਦਾ, ਧਰਮ ਦੇ ਗੁਣਾਂ ਨੂੰ। ਅਰਥ ਪਦਾਰਥ ਆਦ ਹਿਰਦੇ ਦੇ ਅੰਦਰੋਂ ਉਹਨਾਂ ਦੀ ਕਾਂਸ਼ਾ ਮੁੱਕ ਜਾਂਦੀ ਏ, ਜੀਵਨ ਅੰਦਰ ਬਹੁਲਤਾ ਆ ਜਾਂਦੀ ਏ, ਦਾਤਾ ਰੂਪ ਹੋ ਜਾਂਦਾ ਹੈ, ਕਾਮਨਾਵਾਂ ਦਾ ਅੰਤ ਕਰ ਦਿੰਦਾ ਹੈ ਤੇ ਮੋਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਚਾਰੇ ਦੇ ਚਾਰੇ ਉਸ ਨੂੰ ਪਰਿਪੂਰਨ ਪਰਮਾਤਮਾ ਆਦ ਸਤਿਗੁਰੂ ਅਕਾਲ ਪੁਰਖ ਵੈਗੁਰੂ ਨਾਲ, ਸੱਚ ਸਰੂਪ ਨਾਲ ਜੁੜਨ ਕਰਕੇ ਪ੍ਰਾਪਤ ਹੋ ਜਾਂਦੇ ਨੇ। ਤੇ ਬਿਸਮਾਦ ਗੁਰ ਇਹਨਾਂ ਮਹਿ ਕਹਿੰਦੇ, ਇਹਨਾਂ ਚਾਰਿਓ ਬਖਸ਼ਿਸ਼ਾਂ ਨੂੰ ਤੱਕ ਕੇ ਉਸ ਆਦ ਸਰੂਪ ਦਾ ਦੀਦਾਰ ਕਰਕੇ ਗੁਰਸਿੱਖ ਪਿਆਰਾ ਜਿਹੜਾ ਵਿਸਮਾਦ, ਵਿਸਮਾਦੀ ਦੇ ਅੰਦਰ ਚਲਾ ਜਾਂਦਾ ਹੈ, ਇੱਕ ਰੂਪ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਵਿਸਮਾਦ ਨਾਦ, ਵਿਸਮਾਦ ਭੇਦ, ਵਿਸਮਾਦ ਜੀ ਉਸ ਵਿਸਮਾਦੀ ਅਵਸਥਾ ਦੇ ਵਿੱਚ ਚਲਾ ਜਾਂਦਾ ਹੈ। ਐਸੇ ਗੁਰੂ ਨੂੰ ਜਿਹੜੀ ਨਮਸਕਾਰ ਹੈ, ਔਰ ਉਹਨੂੰ ਨਮਸਕਾਰ ਹੈ ਉਸ ਆਦ ਸਰੂਪ ਨੂੰ ਜਿਹੜਾ ਚਾਰੋਂ ਪਦਾਰਥ ਬਖਸ਼ ਦਿੰਦਾ ਹੈ ਤੇ ਜਿੱਥੇ ਸੰਸਾਰ ਦੀਆਂ ਸੁਵਿਧਾਵਾਂ ਬਖਸ਼ਦਾ ਹੈ, ਉੱਥੇ ਬਖਸ਼ਿਸ਼ ਕਰ ਦਿੰਦਾ ਹੈ। ਮੋਖ ਦੁਆਰ, ਮੁਕਤੀ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਉਸ ਗੁਰਸਿੱਖ ਲਈ ਜਿਹੜਾ ਆਦ ਨਾਲ ਜੁੜ ਜਾਂਦਾ ਹੈ, ਜਿਹੜਾ ਮੁੱਢ ਰੂਪ ਅਕਾਲ ਪੁਰਖ ਵੈਗੁਰੂ ਨਾਲ ਜੁੜ ਜਾਂਦਾ ਹੈ। ਫਿਰ ਕੀ ਹੁੰਦਾ ਹੈ, ਜਦੋਂ ਨਮਸਕਾਰ ਉਸ ਅਕਾਲ ਪੁਰਖ ਵੈਗੁਰੂ ਨੂੰ ਕਰਦਾ ਹੈ, ਬਾਹਰੋਂ ਵੀ ਤੇ ਅੰਦਰੋਂ ਵੀ। ਮਹਾਰਾਜ ਕਹਿੰਦੇ, ਪ੍ਰਗਟ ਪੂਰਨ ਬ੍ਰਹਮ ਜੋਤ ਰਾਖੀ। ਉਹ ਬ੍ਰਹਮ ਅਕਾਲ ਪੁਰਖ ਵੈਗੁਰੂ ਪ੍ਰਗਟ ਰੂਪ ਅੰਦਰ ਪਰਿਪੂਰਨ ਪਰਮਾਤਮਾ ਜਿਹੜਾ ਹੈ, ਉਹਨੇ ਆਪਣੀ ਸਤਾ ਰੂਪ ਜੋਤ ਜਿਹੜੀ ਆ ਜੀਵਾਂ ਅੰਦਰ, ਸੰਸਾਰ ਅੰਦਰ ਰੱਖੀ, ਬਖਸ਼ਿਸ਼ ਕੀਤੀ, ਸਥਾਪਿਤ ਕੀਤੀ ਹੋਈ ਆ। ਉਸ ਜੋਤ ਜਿਹੜੀ ਉਹ ਪ੍ਰਭੂ ਨੇ ਇਹਨਾਂ ਦੇ ਅੰਦਰ ਪਰਿਪੂਰਨ ਪਰਮਾਤਮਾ ਨੇ ਟਿਕਾਈ ਹੋਈ ਆ ਨਾ, ਸਾਖਿਆਤ ਰੂਪ ਅੰਦਰ ਪ੍ਰਗਟ ਹੋਇਆ ਹੈ।
ਉਹ ਪਰਿਪੂਰਨ ਪਰਮਾਤਮਾ ਸਭ ਥਾਈ ਹੈ। ਹੁਣ ਜਦੋਂ ਜੀਵ ਦੇ ਅੰਦਰ ਪ੍ਰਗਟ ਹੋ ਗਿਆ, ਉਦੋਂ ਜਿਹੜਾ ਬ੍ਰਹਮ ਹੈ ਆਪਣੇ ਅੰਦਰੋਂ ਵੀ ਦਿਸਦਾ ਹੈ ਤੇ ਬਾਹਰ ਦੁਨੀਆ ਦੇ ਅੰਦਰ ਵੀ ਉਹ ਮੂਲ ਰੂਪ ਪਰਮਾਤਮਾ ਦਿਖਾਈ ਦਿੰਦਾ ਹੈ। ਤੇ ਜਦੋਂ ਮੂਲ ਰੂਪ ਪਰਮਾਤਮਾ ਦਿਖਾਈ ਦੇਵੇ, ਫਿਰ ਉਹ ਪਰਮਾਤਮਾ ਨੂੰ ਹੀ ਮੰਨਦਾ ਹੈ, ਨਾਨਾ ਪ੍ਰਕਾਰ ਨੂੰ ਨਹੀਂ। ਹਰ ਜਗਾਵਾਂ ਤੇ ਸਿਰਣੀ ਝੁਕਾਉਂਦਾ, ਉਹ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਉਹ ਦੇਖਦਾ ਹੈ ਕਰਤੇ ਦੀ ਕਿਰਤਾ, ਮੈਂ ਕਰਤੇ ਨਾਲ ਜੁੜਿਆ ਹੋਇਆ ਹੈ। ਉਹ ਕਰਤੇ ਨੂੰ ਪਾਉਂਦਾ ਧਿਆਉਂਦਾ ਹੈ ਔਰ ਕਿਰਤ ਦੇ ਨਾਲ ਜਿਹੜਾ ਹੈ ਉਹ ਸੰਸਾਰ ਵਿੱਚ ਵਿਚਰਦਾ ਹੈ। ਜਦੋਂ ਉਹਨੂੰ ਪਰਿਪੂਰਨ ਪਰਮਾਤਮਾ ਨੂੰ ਪ੍ਰਗਟ ਰੂਪ ਅੰਦਰ ਨਾ ਜਾਣਿਆ, ਅਸੀਂ ਕਹਿਣ ਨੂੰ ਸਾਰੇ ਕਹਾਂਗੇ ਕਿ ਅਸੀਂ ਇੱਕ ਪਰਮਾਤਮਾ ਨੂੰ ਮੰਨਦੇ, ਦੂਜੇ ਨੂੰ ਨਹੀਂ। ਤੇ ਯਾਦ ਰੱਖਣਾ, ਪਤਾ ਨਹੀਂ ਕਿੰਨੀਆਂ ਕੁ ਜਗਾਵਾਂ ਤੇ ਜਾਂਦੇ ਆ ਤੇ ਕਿੰਨਿਆਂ ਨੂੰ ਆਪਣਾ ਮਾਲਕ ਬਣਾ ਲੈਨੇ। ਜਿਹੜਾ ਆਦ ਗੁਰ ਨੂੰ ਨਮਸਕਾਰ ਕਰਦਾ ਹੈ, ਉਹ ਆਦ ਨੂੰ ਪ੍ਰਗਟ ਜਾਣਦਾ ਹੈ ਤੇ ਉਹ ਉਹਨੂੰ ਅੰਦਰ ਵੀ ਆਪਣੇ ਦੇਖਦਾ ਹੈ। ਬ੍ਰਹਮ ਦਿਸੈ, ਉਹਨੂੰ ਪਰਮਾਤਮਾ ਅੰਦਰ ਵੀ ਦਿਸਦਾ ਹੈ ਤੇ ਉਹਨੂੰ ਪਰਮਾਤਮਾ ਬਾਹਰ ਵੀ ਦਿਸਦਾ ਹੈ। ਜਦੋਂ ਪਰਮਾਤਮਾ ਦਿਸਦਾ ਹੈ ਨਾ, ਇਸ ਕਰਕੇ ਉਹ ਕਿਸੇ ਦਾ ਤਿਰਸਕਾਰ ਨਹੀਂ ਕਰਦਾ, ਨਿਰਾਦਰ ਆਦ ਨਹੀਂ ਕਰਦਾ, ਅਪਮਾਨਜਨਕ ਬੋਲਾਂ ਦੇ ਨਾਲ ਸੰਬੋਧਨ ਨਹੀਂ ਕਰਦਾ। ਉਹਨੂੰ ਬ੍ਰਹਮ ਦਿਸਦਾ ਹੈ, ਬ੍ਰਹਮ ਨੂੰ ਨਮਸਕਾਰ ਹੈ, ਉਹ ਮੂਲ ਰੂਪ ਪਰਮਾਤਮਾ ਨੂੰ। ਤੇ ਜਦੋਂ ਉਹ ਧਿਆਨ ਟਿਕਾ ਕੇ ਬੈਠਦਾ ਹੈ ਔਰ ਉਹਨੂੰ ਕੀ ਐਸੀ ਰਹਿਮਤ ਵਰਸਦੀ ਹੈ, ਬ੍ਰਹਮ ਸੁਣੀਐ, ਪਰਮਾਤਮਾ ਨੂੰ ਸੁਣਦਾ। ਉਹ ਜੇ ਬਾਹਰੀ ਤੌਰ ਤੇ ਚੱਲਦਾ ਹੈ ਤਾਂ ਉਹਨੂੰ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਜੋ ਅੰਤਰ ਆਤਮੇ ਧਿਆਨ ਟਿਕਾਉਂਦਾ ਹੈ, ਆਪਣੇ ਅੰਦਰੋਂ ਉਹ ਧੁਨ ਪ੍ਰਗਟ ਹੋ ਕੇ ਉਹਦੇ ਕੰਨਾਂ ਤੱਕ ਸੁਣਾਈ ਦਿੰਦੀ ਹੈ। ਬ੍ਰਹਮ ਨੂੰ ਹੀ ਸੁਣਦਾ ਹੈ, ਬ੍ਰਹਮ ਨੂੰ ਹੀ ਅੰਦਰ ਬਾਹਰ ਦੇਖਦਾ ਹੈ, ਤੱਕਦਾ ਹੈ। ਉਹ ਗੁਰਸਿੱਖ ਪਿਆਰਾ ਭਾਈ ਸਾਹਿਬ ਕਹਿੰਦੇ, ਉਹ ਬ੍ਰਹਮ ਪਰਿਪੂਰਨ ਹੈ ਪਰਮਾਤਮਾ, ਜਿਨੇ ਜੀਵਾਂ ਦੇ ਅੰਦਰ ਜੋਤ ਰੱਖੀ। ਜਿਹੜੀ ਜੋਤ ਸਤਾ ਜੀਵਾਂ ਦੇ ਅੰਦਰ ਰੱਖੀ ਹੈ ਨਾ, ਟਿਕਾਈ ਹੈ ਨਾ, ਉਹਨੂੰ ਹੀ ਸਾਹਿਬ ਨੇ ਕਿਹਾ ਸਭ ਮੈਂ ਜੋਤ, ਜੋਤ ਹੈ ਸੋਏ। ਇਸ ਕਰਕੇ ਮਹਾਰਾਜ ਕਹਿੰਦੇ, ਜੀਵ ਜਿਹੜੇ ਨਾ ਤਨ ਦੀ ਜਾਤ ਪੁੱਛਦੇ ਨੇ, ਇਹ ਕਿਹੜੀ ਜਾਤੀ ਦਾ ਹੈ, ਕਿਹੜੇ ਫਿਰਕੇ ਦਾ ਹੈ, ਇਹ ਮਹਾਰਾਜ ਨੇ ਸਾਨੂੰ ਨਹੀਂ ਸੀ ਕਿਹਾ। ਮਹਾਰਾਜ ਨੇ ਜੋਤ ਕਿਹਾ ਸੀ, ਦੇਖ ਤੂੰ ਚਾਨਣਾ ਢੂੰਡਣ ਆਇਆ, ਚਾਨਣਾ ਲੱਭ, ਰੌਸ਼ਨੀ ਲੱਭ। ਜਾਤਾਂ ਦੇ ਵਿੱਚ ਨਾ ਵੰਡਿਆ ਜਾ, ਜਾਤਾਂ ਅੰਧਕਾਰ, ਇਹ ਅਗਿਆਨ ਦਾ ਪ੍ਰਤੀਕ ਹੈ। ਅਗਿਆਨੀ ਲੋਕ ਇਹਨਾਂ ਦੇ ਵਿੱਚ ਅਰ ਪ੍ਰਵਿਰਤ ਹੁੰਦੇ ਨੇ, ਇਹਨਾਂ ਨੂੰ ਅਪਣਾਉਂਦੇ ਨੇ। ਤੂੰ ਜੋਤ ਜਾਣ, ਜਾਣਹੁ ਜੋਤ, ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਜਾਤ ਅੱਗੇ ਨਹੀਂ ਜਾਂਦੀ, ਜੋਤ ਜਾਂਦੀ ਹੈ। ਉਹ ਸਤਾ ਪਰਮਾਤਮਾ ਨੇ ਜੀਵਾਂ ਅੰਦਰ ਆਪਣੀ ਰੱਖੀ ਹੈ। ਮਹਾਰਾਜ ਕਹਿੰਦੇ ਉਹਨੂੰ ਜਾਣ, ਉਹ ਸਤਾ ਪਰਿਪੂਰਨ ਪਰਮਾਤਮਾ ਬ੍ਰਹਮ ਨੇ ਆਪਣੀ ਜੀਵਾਂ ਦੇ ਅੰਦਰ ਧਰ ਦਿੱਤੀ ਹੈ। ਉਸ ਮੂਲ ਪਰਮਾਤਮਾ ਨੇ। ਮਹਾਰਾਜ ਜੀ ਦੀ ਬਾਬਤ ਭਾਈ ਸਾਹਿਬ ਕਹਿੰਦੇ, ਫਿਲ ਮੇਲ ਚਤੁਰ ਵਰਨ, ਇੱਕ ਵਰਨ ਹੋਏ ਸਾਧ ਸੰਗ। ਚਾਰ ਵਰਨ ਬ੍ਰਾਹਮਣ, ਖੱਤਰੀ, ਸੂਦ, ਬੈਸ, ਉਪਦੇਸ਼, ਚੌ ਵਰਨਾ ਕੋ ਸਾਂਝਾ। ਜਿਹੜਾ ਸਾਂਝਾ ਉਪਦੇਸ਼ ਦਿੱਤਾ ਹੈ ਨਾ, ਕਿਹਾ ਹੀ ਨਹੀਂ, ਹੈ ਵੀ ਸਾਂਝਾ। ਕੋਈ ਜਪ ਲੈ, ਕੋਈ ਜਪਾ ਲੈ, ਕੋਈ ਜੀਵਨ ਵਿੱਚ ਕਮਾ ਲੈ, ਕਿਸੇ ਲਈ ਰੋਕ ਨਹੀਂ, ਪਰ ਜੁੜਨਾ ਇੱਕ ਨਾਲ ਹੀ। ਮਹਾਰਾਜ ਕਹਿੰਦੇ ਚਾਰ ਵਰਨ ਨੇ ਵੱਖ ਵੱਖ, ਤੇ ਚਾਰਾਂ ਦਾ ਇੱਕ ਹੋ ਜਾਂਦਾ ਹੈ।
ਜਦੋਂ ਇਹਨਾਂ ਦੀ ਵਿਚਾਰ ਇੱਕ ਹੋ ਜਾਵੇ, ਜਦੋਂ ਇਹਨਾਂ ਦਾ ਮਾਰਗ ਇੱਕ ਹੋ ਜਾਵੇ, ਜਦੋਂ ਇਹਨਾਂ ਦਾ ਬੈਠਣਾ ਇੱਕ ਜਗ੍ਹਾ ਇੱਕੋ ਜਿਹਾ ਹੋ ਜਾਵੇ, ਜਦੋਂ ਇਹਨਾਂ ਦਾ ਬੋਲਣਾ ਬੋਲ ਇੱਕੋ ਜਿਹਾ ਹੋ ਜਾਵੇ, ਜਦੋਂ ਇਹਨਾਂ ਦਾ ਖਾਣਾ ਇੱਕ ਜਗ੍ਹਾ ਤੇ ਇੱਕੋ ਜਿਹਾ ਹੋ ਜਾਵੇ, ਇਹ ਇੱਕ ਰੂਪ ਹੋ ਜਾਣਗੇ। ਫਿਰ ਇਹਨਾਂ ਦਾ ਜਪਣਾ ਇੱਕ ਹੋ ਜਾਵੇ, ਇਹਨਾਂ ਦਾ ਮੰਤਰ, ਇਹਨਾਂ ਦਾ ਨਾਮ ਇੱਕ ਹੋ ਜਾਵੇ, ਭਗਵਾਨ ਇੱਕ ਹੋ ਜਾਵੇ। ਉਹ ਜਗ੍ਹਾ ਹੈ, ਭਾਈ ਸਾਹਿਬ ਕਹਿੰਦੇ, ਸਾਧ ਸੰਗ। ਉਹ ਸਾਧ ਸੰਗਤ ਵਿੱਚ ਆ ਕੇ ਇੱਕੋ ਜਗ੍ਹਾ, ਇੱਕੋ ਸਾਧ ਸੰਗਤ ਤੇ ਉੱਥੇ ਆ ਕੇ ਬੈਠਣਾ ਹੋਵੇਗਾ, ਉੱਥੇ ਸੁਣਨਾ ਇੱਕ ਹੋਵੇਗਾ, ਉੱਥੇ ਜਪਣਾ ਇੱਕ ਹੋਵੇਗਾ, ਗੁਰੂ ਸੰਗਤ ਵਿੱਚ ਛਕਣਾ ਇੱਕ ਹੋਵੇਗਾ, ਝੁਕਣਾ ਇੱਕ ਅੱਗੇ ਹੋਵੇਗਾ। ਤੇ ਜਦੋਂ ਅੰਦਰੋਂ ਵੀ ਇੱਕ ਨਾਲ ਜੁੜੇ ਇੱਕ ਰੂਪ ਹੋ ਜਾਣਗੇ, ਬਾਹਰ ਦੀਆਂ ਵਰਨ ਜਾਤੀਆਂ ਮਿਟ ਜਾਣਗੀਆਂ, ਕੇਵਲ ਜੋਤ ਸਾਹਮਣੇ ਆਵੇਗੀ, ਪ੍ਰਕਾਸ਼ ਸਾਹਮਣੇ ਆਵੇਗਾ, ਗੁਰਮਤਿ ਸਾਹਮਣੇ ਆਵੇਗੀ, ਗੁਰੂ ਸਾਹਮਣੇ ਆਵੇਗਾ। ਸਾਧ ਸੰਗਤ ਵਿੱਚ ਮਿਲ ਕੇ ਇਹ ਚਾਰੋਂ ਇੱਕ ਹੋ ਜਾਂਦੇ ਨੇ, ਇੱਕ ਰੂਪ। ਸਤ ਸੰਗੀ ਗੁਰ ਸਿੱਖ ਕਹਿਲਾਉਂਦੇ ਨੇ। ਜਾਤ ਨਾਲ ਨਹੀਂ ਜਾਣੇ ਜਾਂਦੇ, ਪਰਮਾਤਮਾ ਦੇ ਨਾਮ ਨਾਲ ਜਾਣੇ ਜਾਂਦੇ ਨੇ। ਕਿਸੇ ਦੀ ਜਾਤ ਕਰਕੇ ਉਪਮਾ ਨਹੀਂ ਹੋਈ। ਇਤਿਹਾਸ ਨੇ ਕਿਸੇ ਨੂੰ ਜਾਤ ਕਰਕੇ ਨਹੀਂ, ਜੋਤ ਕਰਕੇ ਜਾਣਿਆ ਹੈ। ਬਈ ਉਹਨੇ ਪ੍ਰਭੂ ਨਾਲ ਕਿੰਨਾ ਜੁੜਿਆ, ਸ਼ੁਭ ਗੁਣ ਕਿੰਨੇ ਧਾਰਨ ਕੀਤੇ। ਅਗਰ ਉਹਦੇ ਵਿੱਚੋਂ ਕੀਤੀ ਹੋਈ ਔਰ ਕਮਾਈ ਭਗਤ ਵਿੱਚੋਂ, ਸੂਰਮੇ ਵਿੱਚੋਂ ਸੁਰਮਗਤੀ ਪਾਸੇ ਕਰ ਦਿਓ, ਪਿੱਛੇ ਕੁਝ ਵੀ ਨਹੀਂ ਰਹਿ ਜਾਵੇਗਾ, ਪਿੱਛੇ ਕੁਝ ਵੀ ਨਹੀਂ ਬਚਦਾ। ਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ, ਚਾਰੋਂ ਦੇ ਚਾਰੋਂ ਔਰ ਸਾਧ ਸੰਗਤ ਵਿੱਚ ਆ ਕੇ ਮਿਲਦੇ ਤੇ ਫਿਰ ਚਾਰੋਂ ਪਦਾਰਥ ਇਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਬਖਸ਼ਾਂ ਗੁਰੂ ਦੀਆਂ ਸਹਿਜ ਧੁਨ, ਅੰਦਰ ਸ਼ਾਂਤੀ ਤੇ ਸ਼ਾਂਤੀ ਸਹਿਤ ਗਿਆਨਾਂ ਤੁਰ ਹੋ ਕੇ ਧੁਨ ਪ੍ਰਗਟ ਹੁੰਦੀ ਆ। ਉਹਦੇ ਤੇ ਧਿਆਨ ਟਿਕਾਉਂਦੇ, ਧੁਨ ਮੈਂ ਧਿਆਨ, ਅੰਦਰੋਂ ਵਾਹਿਗੁਰੂ ਦੀ ਧੁਨ ਉਪਜੀ ਆ, ਉਹਦੇ ਤੇ ਧਿਆਨ ਟਿਕਾਇਆ ਤੇ ਧਿਆਨ ਟਿਕਾ ਕੇ ਸ਼ਬਦ ਸਰੂਪ ਬ੍ਰਹਮ ਪਰਮਾਤਮਾ ਪਰਿਪੂਰਨ ਆਦਿ ਗੁਰੂ ਨੂੰ ਆਦੇਸ਼ ਕੀਤਾ। ਉਹ ਆਦਿ ਗੁਰੂ ਨੂੰ ਜਾਣਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਆਕਥ ਕਹਾਣੀ। ਉਸ ਗੁਰਮੁਖ ਦੀ ਕਹਾਣੀ ਵਿਚਾਰ ਕਥਨ ਤੋਂ ਪਰੇ, ਪਰੇ ਤੋਂ ਪਰੇ ਆ। ਮਹਾਰਾਜ ਕਹਿੰਦੇ ਸਹਿਜ ਧੁਨ, ਉਹਦੇ ਅੰਦਰ ਕਾਲਾ ਪਾਨੀ ਧੁਨ ਅਲਾਪਦਾ। ਸਹਿਜ ਸਹਿਜ ਗੁਣ ਰਮੇ ਕਬੀਰਾ। ਅੰਦਰ ਸ਼ਾਂਤੀ ਵਾਲੇ ਗੁਣ ਇਕੱਠੇ ਨੇ, ਔਰ ਸ਼ਾਂਤੀ ਵਾਲੇ ਗੁਣਾਂ ਦਾ ਔਰ ਬੋਲ ਬਾਲਾ ਹੈ, ਅੰਦਰ ਚੱਲਣਾ ਹੈ। ਹੁਣ ਸ਼ਾਂਤੀ ਦੇਣ ਵਾਲੀ ਧੁਨ ਅੰਦਰੋਂ ਪ੍ਰਗਟ ਹੋ ਗਈ ਏ, ਔਰ ਕੀਰਤਨ, ਉਹ ਕੀਰਤੀ ਕਰਦੇ ਪ੍ਰਭੂ ਦੀ। ਔਰ ਜੀਵਨ ਵਿੱਚ ਤਨ ਵਿੱਚ ਰਹਿੰਦੇ ਆ, ਪ੍ਰਭੂ ਦੀ ਕੀਰਤੀ ਕਰਦੇ। ਕੀਰਤਨ ਭਗਤੀ ਬਣ ਜਾਵੇ, ਕੀਰਤਨ ਭਗਤੀ ਹੋ ਜਾਵੇ। ਉਹ ਭਗਤੀ ਕਰਦੇ ਨੇ ਤੇ ਸ਼ਬਦ ਸਾਖੀ ਬ੍ਰਹਮ ਨੂੰ ਸਾਖਿਆਤਕਾਰ ਰੂਪ ਅੰਦਰ ਪ੍ਰਗਟ ਕਰ ਲੈਂਦੇ। ਸ਼ਬਦ ਸਾਖੀ, ਸਾਖੀ ਮੈਨੇ ਸਿੱਖਿਆ, ਉਹ ਸ਼ਬਦ ਤੋਂ ਸਿੱਖਿਆ ਲੈਂਦੇ। ਸ਼ਬਦ ਦੇ ਬੋਲ ਕੀ ਨੇ, ਸ਼ਬਦ ਅੰਦਰ ਕੀ ਸਮਝਾਇਆ ਗਿਆ ਹੈ, ਔਰ ਇਸ ਕਰਕੇ ਤੋਂ ਸਿੱਖਿਆ ਲੈ ਕੇ ਬਦਲਾਓ ਲਿਆਉਂਦੇ ਆ। ਸ਼ਬਦ ਦੀ ਸਿੱਖਿਆ ਨੂੰ ਇਸ ਕਰਕੇ ਗ੍ਰਹਿਣ ਕਰਦੇ ਨੇ, ਜੀਵਨ ਵਿੱਚ ਧਾਰਨ ਕਰਦੇ। ਇਹ ਸਾਡਾ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਆਪਣੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਆ ਤੇ ਫਿਰ ਜੀਵਨ ਨੂੰ ਕਮਾਉਂਦੇ ਆ। ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਵੀ ਸਿੱਖਿਆ ਨੂੰ ਸੁਣ ਲਿਆ ਤੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ। ਉਹ ਸ਼ਬਦ ਬ੍ਰਹਮ, ਸ਼ਬਦ ਉਪਦੇਸ਼, ਉਹਨੂੰ ਸਾਖੀ ਆਪਣਾ ਜਿਹੜਾ ਗਵਾਹ, ਸਾਖੀ ਮੈਨਾ ਗਵਾਹ ਵੀ ਹੁੰਦਾ। ਸ਼ਬਦ ਨੂੰ ਜਪਿਆ
ਉਹ ਸਾਡੀ ਗਵਾਹੀ ਭਰੇਗਾ, ਸਾਨੂੰ ਕਿਤੇ ਵੀ ਦੁੱਖ ਨਹੀਂ ਆਉਣ ਦੇਵੇਗਾ, ਦਰਬਾਰ ਵਿੱਚ ਸਾਨੂੰ ਲੈ ਕੇ ਜਾਵੇਗਾ। ਜਿਸ ਦਾ ਸ਼ਬਦ ਹੈ ਔਰ ਉਹਦੇ ਨਾਲ ਨਿਰਗੁਣ ਨਾਲ ਮਿਲਾਵੇਗਾ ਔਰ ਸਾਨੂੰ ਜੋੜ ਦੇਵੇਗਾ। ਉਹ ਸ਼ਬਦ ਗੁਰੂ ਨਾਲ ਜੁੜ ਕੇ ਮਾਰਗ ਤੇ ਤੁਰਦਾ ਹੈ। ਨਾਮ ਨਿਕਮ ਨਿਜ ਧਾਮ, ਸ਼ਬਦ ਨੂੰ ਜਪਦਾ, ਨਾਮ ਦਾ ਆਰਾਧਨ ਕਰਦਾ ਔਰ ਨਿਹਕਾਮ ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਜਿੰਨੀਆਂ ਕਾਮਨਾਵਾਂ ਇੱਛਾਵਾਂ ਹਿਰਦੇ ਵਿੱਚ ਜਨਮ ਲੈਂਦੀਆਂ ਨੇ, ਉਥਲ ਪੁਥਲ ਮਚਾਉਂਦੀਆਂ ਨੇ, ਇਹਨਾਂ ਸਾਰੀਆਂ ਤੋਂ ਉਹ ਰਹਿਤ ਹੋ ਕੇ ਨਿਜ ਧਾਮ, ਆਪਣੇ ਘਰ ਵਿੱਚ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਉਹ ਨਿਜ ਧਾਮ, ਆਪਣੇ ਨਿਜ ਸਰੂਪ ਦੇ ਅੰਦਰ ਧਾਮ ਘਰ ਬਣਾ ਕੇ ਉਹਦੇ ਵਿੱਚ ਵਾਸਾ ਕਰਦਾ, ਉਹਦੇ ਵਿੱਚ ਟਿਕਦਾ ਹੈ, ਆਪਣੇ ਆਪ ਸੁਰਤ ਨੂੰ ਟਿਕਾਉਂਦਾ ਹੈ। ਕਾਮਨਾਵਾਂ ਤੋਂ ਰਹਿਤ ਹੋ ਗਿਆ। ਪਹਿਲਾਂ ਉੱਥੇ ਕਾਮਨਾਵਾਂ ਨੇ ਘਰ ਬਣਾਇਆ ਸੀ, ਹੁਣ ਸਵੈ ਸਰੂਪ ਦੇ ਅੰਦਰ ਔਰ ਆਪ ਨੇ ਸਥਿਰਤਾ ਪਾ ਲਈਏ। ਗੁਰ ਸਿੱਖ ਸ਼ਰਵਨ ਧੁਨ, ਹੁਣ ਆਪਣੇ ਘਰੇ ਬੈਠ ਕੇ ਨਾ, ਆਪਣੇ ਨਿਜ ਸਰੂਪ ਦੇ ਅੰਦਰ ਬੈਠ ਕੇ, ਸਵੈ ਸਰੂਪ ਦੇ ਅੰਦਰ ਟਿਕ ਕੇ, ਗੁਰ ਸਿੱਖ ਜਿਹੜਾ ਹੈ ਸ਼ਰਵਨ ਧੁਨ, ਉਹ ਧੁਨ ਜਿਹੜੀ ਅੰਦਰੋਂ ਉੱਠਦੀ ਹੈ ਪਰਮਾਤਮਾ ਦੇ ਨਾਮ ਦੀ। ਬਾਹਰੋਂ ਅਸੀਂ ਵਾਹਿਗੁਰੂ ਵਾਹਿਗੁਰੂ ਬੋਲਿਆ, ਇਹ ਤਾਂ ਬੋਲਿਆ ਅੰਦਰੋਂ ਬੋਲ ਆਇਆ ਹੈ। ਉਹ ਜਿਹੜੇ ਅੰਦਰੋਂ ਬੋਲ ਆਇਆ ਹੈ, ਬਾਹਰੋਂ ਚੁੱਪ ਕਰ ਗਿਆ ਹੈ, ਉਹਨੂੰ ਸਵੈ ਸਰੂਪ ਅੰਦਰ ਸੁਣਦਾ ਹੈ। ਆਪਣੇ ਨਿਜ ਸਰੂਪ ਅੰਦਰ, ਨਿਜ ਧਾਮ ਵਿੱਚ ਬੈਠ ਕੇ ਅੰਦਰੋਂ ਟਿਕ ਕੇ ਔਰ ਜਿਹੜਾ ਹੈ ਉਹਨੂੰ ਸੁਣਦਾ ਹੈ, ਹਿਰਦੇ ਦੇ ਅੰਦਰ ਟਿਕ ਕਰਕੇ। ਬਾਹਰੋਂ ਤਾਂ ਲੱਗਦਾ ਓਂ ਹੀ ਚੁੱਪੀ ਧਾਰਨ ਕਰਕੇ ਬੈਠਾ ਹੈ, ਪਰ ਅੰਦਰੋਂ ਧੁਨ ਦੇ ਵਿੱਚ ਉਹ ਮਗਨ ਹੋਇਆ ਹੈ, ਧਿਆਨ ਉਹਦਾ ਟਿਕਿਆ ਹੈ, ਪ੍ਰਭੂ ਦੇ ਸ਼ਬਦ ਦੇ ਵਿੱਚ ਸੁਰਤ ਮਿਲੀ ਹੋਈ ਆ। ਉਹ ਗੁਰ ਸਿੱਖ ਜਿਹੜਾ ਹੈ ਗੁਰੂ ਦੀ ਸਿੱਖਿਆ ਨੂੰ, ਬਚਨਾਂ ਨੂੰ ਅੰਦਰੋਂ ਸੁਣਦਾ ਹੈ, ਤੇ ਉਹ ਸੁਣਦਿਆਂ ਸੁਣਦਿਆਂ ਪ੍ਰਭੂ ਨੂੰ ਜਾਣ ਲੈਂਦਾ ਹੈ। ਪ੍ਰਭੂ ਹੈ ਕੀ, ਪਰਮਾਤਮਾ ਕਹਿਣਾ ਕੀ ਚਾਹੁੰਦੇ ਨੇ, ਪਰਮਾਤਮਾ ਸਾਨੂੰ ਦਿਖਾਉਣਾ ਕੀ ਚਾਹੁੰਦੇ ਨੇ, ਮਾਰਗ ਕਿਹੜਾ ਸਾਨੂੰ ਪਰਮਾਤਮਾ ਦਿੰਦੇ। ਜਦੋਂ ਆਪਣੇ ਅੰਦਰ ਮਨੁੱਖ ਉਤਰ ਗਿਆ ਨਾ, ਉਦੋਂ ਸਭੋ ਕੁਝ ਮਿਲ ਜਾਵੇਗਾ। ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸਮਤ ਅਲਖ ਲਾਖੀ, ਗੁਰ ਸਿੱਖ ਜਿਹੜਾ ਉਹਨੇ ਜਪਦਿਆਂ ਆਪਣੇ ਘਰ ਵਿੱਚ ਰਹਿ ਕੇ ਸ੍ਰੇਸ਼ਟ ਮੱਤ ਜਿਹੜੀ ਏ ਗੁਰੂ ਤੋਂ ਪਾ ਲਈ। ਗੁਰੂ ਜੋ ਆਵਾਜ਼ ਮਾਰ ਕੇ ਕਹਿੰਦੇ ਨਾ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾਂ ਬੋ ਡੂਬੇ ਸਿਆਣੇ। ਭਗਤਾਂ ਤੋਂ ਬਗੈਰ ਵੱਡੇ ਵੱਡੇ ਸਿਆਣਪਾਂ ਦਾ ਘਰ ਕਹਿਲਾਉਣ ਵਾਲੇ ਡੁੱਬ ਗਏ। ਉਹਨਾਂ ਉਹ ਗੁਰੂ ਤੋਂ ਸ੍ਰੇਸ਼ਟ ਮਤੀ ਪ੍ਰਾਪਤ ਕਰ ਲਈ। ਗੁਰ ਸਿੱਖ ਨੇ ਸਿੱਖਿਆ ਗ੍ਰਹਿਣ ਕਰਕੇ ਗੁਰੂ ਵਾਲੀ ਮਤ ਗ੍ਰਹਿਣ ਕਰ ਲਈ। ਅਲਖ ਜਿਹੜਾ ਲਖਣੇ ਤੋਂ ਪਰਾ ਪਰਿਪੂਰਨ ਪਰਮਾਤਮਾ ਅਲਖ ਸਰੂਪ ਸੀ ਨਾ, ਉਹ ਲਖ ਹੀ ਉਹਦੀ ਔਰ ਆਗਿਆ ਨੂੰ ਜਾਣ ਲਿਆ, ਉਸ ਅਵਸਥਾ ਨੂੰ ਪਾ ਲੈਣਾ ਕੀਤਾ ਨਿਰਵਿਕਲਪ ਹੋ ਕੇ ਔਰ ਉਹਨਾਂ ਤੋਂ ਰਹਿਤ ਹੋ ਕੇ। ਕਿੰਚਿਤ ਕਟਾਸ਼ ਕਰ ਕਿਰਪਾ ਦੇ ਜਾਹੇ ਲੈ, ਕਿੰਚਿਤ ਥੋੜੇ ਮਾਤਰ, ਕਟਾਸ਼ ਨਾਲ ਤੱਕਣਾ ਔਰ ਮਾੜੇ ਜਿਹਾ ਉਸ ਪਾਸੇ ਨੂੰ ਧਿਆਨ ਦੇਣਾ। ਕਹਿ ਦਿੰਦੇ ਇੰਨੀ ਕੁ ਕਿਰਪਾ ਕਰਕੇ ਦੇ ਜਾਹੇ ਲੈ, ਜਿਹਨੂੰ ਉਹ ਦਿੰਦਾ ਔਰ ਬਖਸ਼ਿਸ਼ ਜਿਹਨੂੰ ਉਹ ਦਿੰਦਾ, ਨਾਮ ਜਿਹਦੇ ਤੇ ਉਹ ਬਖਸ਼ਿਸ਼ ਕਰ ਦਿੰਦਾ ਹੈ, ਕਹਿੰਦੇ ਉਹ ਲੈਂਦਾ ਹੈ। ਤਾਹੇ ਅਵਗਾਹੇ ਪ੍ਰੇ ਪ੍ਰੀਤ ਚਾਖੀ, ਉਹ ਬਖਸ਼ਿਸ਼ ਲੈ ਕੇ ਤਾਹੇ ਅਵਗਾਹੇ, ਉਹ ਜਿਹੜਾ ਹੈ ਉਸ ਧੁਨ ਦੇ ਅੰਦਰ ਡੂੰਗੀ ਗਹਿਰਾਈ ਵਾਲੀ ਚੁੱਭੀ ਮਾਰਦਾ ਹੈ। ਉਹਦੇ ਧੁਨ ਜਿੱਥੋਂ ਉਪਜ ਰਹੀ ਨਾ, ਉਹਦਾ ਧਿਆਨ ਧਰ ਕੇ ਉਸ ਗਹਿਰਾਈ ਤੱਕ ਜਾਂਦਾ ਹੈ। ਇੰਨਾ ਗਹਿਰਾ ਹੋ ਜਾਂਦਾ, ਇੰਨਾ ਡੂੰਘਾ ਚਲਾ ਜਾਂਦਾ ਹੈ
ਕਿ ਬਾਹਰੋਂ ਕੋਈ ਰੌਲਾ ਗੋਲਾ ਵੀ ਪੈ ਜਾਵੇ, ਬਾਹਰ ਦੀ ਆਵਾਜ਼ ਨਹੀਂ ਸੁਣਦੀ। ਉਹ ਅੰਦਰ ਉਤਰ ਗਿਆ, ਆਪਣੇ ਸਵੈ ਸਰੂਪ ਵਿੱਚ ਉਤਰ ਗਿਆ। ਪਿਆਰੇ ਪ੍ਰਭੂ ਦੀ ਪ੍ਰੀਤ ਚਾਖੀ, ਉਹਦੇ ਪ੍ਰੇਮ ਵਾਲਾ ਰਸ, ਪ੍ਰੀਤੀ ਵਾਲਾ ਰਸ ਉਹ ਗੁਰਸਿੱਖ ਨੇ ਚਾਖ ਲਿਆ, ਉਹਦਾ ਆਨੰਦ ਮਾਣ ਲਿਆ। ਸਵਾਦਿਸ਼ਟ ਹੈ, ਦੁਨੀਆ ਦੇ ਰਸ ਉਹਦੇ ਤੁਲ ਨਹੀਂ। ਅਗਲੇ ਛੰਦ ਦੇ ਦੁਆਰਾ ਭਾਈ ਸਾਹਿਬ ਕਹਿੰਦੇ, ਸ਼ਬਦ ਕੀ ਸੁਰਤਾ ਅਸਫੁਰਤ ਹੋਏ ਤੁਰਤ ਹੀ। ਕਹਿਣ ਲੱਗੇ ਜਿਹੜੀ ਸ਼ਬਦ ਵਿੱਚ ਸੁਰਤ ਜੋੜ ਲਈ ਨਾ, ਜਦੋਂ ਬ੍ਰਹਮ ਦੇ ਵਿੱਚ ਸ਼ਬਦ ਗੁਰੂ ਦੇ ਨਾਲ ਆਪਣੀ ਸੁਰਤ ਨੂੰ ਚੇਲਾ ਬਣਾ ਕੇ ਉਹਦੇ ਵਿੱਚ ਸਥਾਪਿਤ ਕਰ ਦਿੱਤਾ ਹੈ, ਉਹਦੇ ਵਿੱਚ ਟਿਕਾ ਦੇਣਾ ਕੀਤਾ ਹੈ, ਅਸਫੁਰਤ ਕਹਿੰਦੇ ਫਿਰ ਉਹ ਗਿਆਨ ਜਿਹੜਾ ਹੈ ਨਾ ਤੁਰਤ ਹੀ ਉਹ ਸਤਾ ਸਫੁਰਤੀ, ਔਰ ਜਿਹੜੀ ਉਹਨੂੰ ਪ੍ਰਾਪਤ ਹੁੰਦੀ ਹੈ ਹੋਏ ਤੁਰਤ ਹੀ, ਤੁਰਤ ਛੇਤੀ, ਬੜੀ ਛੇਤੀ। ਜਦ ਸ਼ਬਦ ਵਿੱਚ ਸੁਰਤ ਟਿਕ ਜਾਏ, ਉਹ ਸਤਾ ਸਫੁਰਤੀ ਪ੍ਰਭੂ ਦੀ ਬਖਸ਼ਿਸ਼ ਬਹੁਤ ਛੇਤੀ ਰਹਿਮਤ ਪ੍ਰਾਪਤ ਹੋ ਜਾਂਦੀ, ਹਾਸਲ ਹੋ ਜਾਂਦੀ ਹੈ, ਉਹ ਜਿਹੜੀ ਅੰਦਰ ਦੀ ਹੈ। ਔਰ ਉਹ ਤਾਂ ਹੋਣੀ ਜੇ ਪਿਆਰੇ ਦੇ ਨਾਲ ਪ੍ਰੀਤ ਲੱਗੀ ਹੋਈ, ਪਿਆਰੇ ਨਾਲ, ਜਿਹਨੂੰ ਸਾਹਿਬ ਕਹਿੰਦੇ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਉਹ ਪਰਿਪੂਰਨ ਪਰਮਾਤਮਾ ਜਿਹੜਾ ਵੇਦਾਂ ਕਰਕੇ ਜਾਣਨੇ ਜੋਗੇ, ਜਿਹੜਾ ਇੰਦਰੀਆਂ ਕਰਕੇ ਜਾਣਨੇ ਜੋਗੇ, ਔਰ ਗ੍ਰੰਥਾਂ ਕਰਕੇ ਜਾਣਨੇ ਜੋਗੇ, ਉਹਦੇ ਨਾਲ ਪ੍ਰੀਤ ਲੱਗ ਗਈ, ਪ੍ਰੇਮ ਲੱਗ ਗਿਆ। ਮੇਲ ਲੈ ਪੂਰਨ ਵਡ ਭਾਗੀ, ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਮੇਲ ਲੈਂਦਾ, ਮਿਲਾਪ ਕਰਾਇਆ। ਤੇ ਕਹਿੰਦੇ ਐਸਾ ਹੋਇਆ ਭਰਤਾ ਪੇਖ ਬਿਕਸੈ ਦਿਓ ਨਾਰੀ। ਜਿਵੇਂ ਪਤਨੀ ਦਾ ਪਤੀ ਕਿਤੇ ਦੁਰਾਡੇ ਬੜੇ ਲੰਬੇਰੇ ਸਮੇਂ ਤੋਂ ਗਿਆ ਹੋਵੇ ਤੇ ਉਹਦੇ ਆਉਣ ਦੀ ਕਨਸੋ ਪੈ ਜਾਵੇ ਤੇ ਦੂਰੋਂ ਦਿਸ ਪਏ, ਕਹਿੰਦੇ ਉਹਨੂੰ ਕਿੰਨਾ ਕੁ ਚਾਉ ਹੈ। ਔਰ ਉਦੋਂ ਦੁੱਗਣਾ ਚੌਗਣਾ ਜਿਹੜਾ ਚਾਉ ਗੁਰਸਿੱਖ ਨੂੰ ਹੈ, ਜਦੋਂ ਮਾਲਕ ਦੇ ਦੀਦਾਰ ਹੁੰਦੇ ਸ। ਕਹਿ ਲਗੇ ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਹਰੀ ਦਾ ਪਿਆਰਾ ਪਰਮਾਤਮਾ ਦੇ ਨਾਮ ਨੂੰ ਚਿਤਵਦਾ ਹੋਇਆ, ਚੇਤੇ ਕਰਦਾ ਹੋਇਆ, ਉਡੀਕ ਕਰਦਾ ਹੋਇਆ, ਸਿਮਰਨ ਕਰਦਾ ਹੋਇਆ ਬਿਕਸੈ ਖੜਾਵਟ ਵਿੱਚ ਆਉਂਦਾ ਹੈ, ਆਰਾਧਨਾ ਕਰਦਾ ਹੈ। ਕਹਿੰਦੇ ਪੂਤ ਪੇਖ ਜਿਉ ਜੀਵਤ ਮਾਤਾ। ਮਾਂ ਦਾ ਪੁੱਤਰ ਸਾਹਮਣੇ ਖੇਲਦਾ, ਉਹਨੂੰ ਦੇਖ ਦੇਖ ਜਿਉਂਦੀ, ਲਾਡ ਲਡਾਉਂਦੀ। ਕਹਿੰਦੇ ਉਦੋਂ ਵੀ ਦੁੱਗਣੀ ਖੁਸ਼ੀ ਹੁੰਦੀ ਏ ਗੁਰਸਿੱਖ ਪਿਆਰੇ ਨੂੰ, ਜਦੋਂ ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ, ਦਰਸ਼ਨ ਹੋ ਜਾਂਦਾ ਹੈ। ਓਤ ਪੋਤ ਜਨ ਹਰਿ ਸਿਉ ਰਾਤਾ। ਜਿਵੇਂ ਤਾਣਾ ਤੇ ਪੇਟਾ ਮਿਲ ਕੇ ਕੁਝ ਬਣਦਾ ਹੈ ਨਾ ਵਸਤਰ, ਕਹਿੰਦੇ ਇਸ ਤਰ੍ਹਾਂ ਹਰੀ ਦਾ ਜਨ ਹਰੀ ਵਿੱਚ ਤੇ ਹਰੀ ਪਰਮਾਤਮਾ ਜਨ ਦੇ ਵਿੱਚ ਮਿਲ ਜਾਂਦਾ ਹੈ। ਫਿਰ ਉਹ ਇੱਕ ਰੂਪ ਹੋ ਜਾਂਦੇ ਨੇ। ਲੋਭੀ ਅਨੰਦ ਕਰੈ ਪੇਖ ਧਨਾ। ਲਾਲਚੀ ਆਦਮੀ ਖੁਸ਼ ਕਦੋਂ ਹੁੰਦਾ ਹੈ? ਜਦੋਂ ਉਹਨੂੰ ਕਿਤੇ ਧਨ ਮਿਲ ਜਾਵੇ। ਤੇ ਗੁਰਸਿੱਖ ਨੂੰ ਖੁਸ਼ੀ ਪ੍ਰਸੰਨਤਾ ਕਦੋਂ ਆਉਂਦੀ ਏ? ਜਦੋਂ ਆਪਣੇ ਪਿਆਰੇ ਵਾਹਿਗੁਰੂ ਦਾ ਦੀਦਾਰ ਹੋ ਜਾਵੇ। ਉਹ ਲੋਭੀ ਨੂੰ ਧਨ ਪ੍ਰਾਪਤ ਹੋਵੇ, ਉਹ ਖੁਸ਼ ਹੁੰਦਾ ਹੈ। ਗੁਰਸਿੱਖ ਕੋਲ ਨਾਮ ਧਨ ਇਕੱਠਾ ਹੋਵੇ, ਇਹ ਉਦੋਂ ਖੁਸ਼ ਹੁੰਦਾ ਹੈ। ਕਹਿੰਦੇ ਜਨ ਚਰਨ ਕਮਲ ਸਿਉ ਲਾਗੂ ਮਨਾ। ਜਨ ਜੀਵ ਦਾ ਮਨ ਜਿਹੜਾ ਹੈ ਨਾ, ਪ੍ਰਭੂ ਦੇ ਸ਼ਬਦ ਸਰੂਪ ਚਰਨਾਂ ਨਾਲ ਲੱਗ ਜਾਵੇ, ਜੁੜ ਜਾਵੇ, ਇਹ ਧਨ ਪ੍ਰਾਪਤ ਹੋਣਾ ਹੈ। ਔਰ ਜਿਨੇ ਮਨ ਨੂੰ ਜੋੜ ਲਿਆ, ਸੰਤ ਜਨਾਂ ਕੋ ਸਹੀ ਨਾਮ ਧਨ। ਔਰ ਉਹਨਾਂ ਕੋਲ ਧਨ ਹੀ ਨਾਮ ਦਾ ਭਗਤੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਉਹ ਨਾਮ ਦਾ ਧਨ ਆ। ਭਾਵੇਂ ਉਹ ਕੁੱਲੀ ਦੇ ਵਿੱਚ ਕੱਖਾਂ ਦੀ ਵਿੱਚ ਬੈਠਾ ਹੋਇਆ, ਕੋਲ ਕੁਝ ਨਹੀਂ ਹੈ, ਕੱਪੜੇ ਵੀ ਨਹੀਂ ਹੈ, ਉਹ ਧਨਤਾ ਦੇ ਜੋਗ ਏ, ਉਹ ਧਨਾੜੇ। ਔਰ ਜਿਹਦਾ ਹਰ ਨਾਮ ਮਨ ਭਿੰਨਾ, ਜਿਹਦਾ ਨਾਮ ਮਨ ਵਿੱਚ ਭਿੱਜਾ ਹੋਇਆ ਹੈ, ਉਹ ਜੁੜਿਆ ਹੈ। ਇਸ ਕਰਕੇ ਕਹਿੰਦੇ ਬਿਸਰ ਨਹੀਂ ਇੱਕ ਤਿਲ ਦਾ ਤਾਰ।
हे दाता मेरे वैगुरु दातां देण वालिया, एक तिल मात्र भी तू विसर ना, साडे तो दूर ना हो, विसर नाही दातार। अपना नाम देहो गुण गावा दिन रात, नानक चाओ एहो चा उत्साह मलार। उमाहड़ा है तेरे गुणां नूं गावां, ये ताई गाए जाने जे तेरी कृपा हो गई। तो कृपा ते जपिए नाम, तुद भावै ता नाम जपावै, सुख तेरा दिता लईए। महाराज जिन्ने मर्जी असी उपराले कर लईए, सुख नहीं प्राप्त हुंदा। मेरे दातिया जदों तू सुख देवें उदों ही मिलदा है, तेरी किरपा तो बगैर नहीं। मन सारिਆਂ ਦਾ ਕਰਦਾ ਹੁੰਦਾ, मैं नाम जपां नाम ਦੀ ਗੱਲ ਆ। जिन्ने व्याख्याकार ਲੈਕਚਰਾਰ ਲੈਕਚਰ ਦੇਣਗੇ, ਟੀਕਾਕਾਰ ਟੀਕਾ ਕਰਨਗੇ ਔਰ ਵਿਦਵਾਨ ਕਿਤਾਬਚਾ ਲਿਖਣਗੇ, ਉਹਨਾਂ ਦਾ ਇੱਕੋ ਹੀ ਔਰ ਲਕਸ਼ ਹੈ ਕਿ ਇਹਨੂੰ ਪੜ੍ਹਨ ਵਾਲਾ, ਇਹਨੂੰ ਸੁਣਨ ਵਾਲਾ ਨਾਮ ਜਪਣ ਲੱਗ ਜਾਏ। ਗੁਰਮੁਖੋ ਮਨ ਤਾਂ ਸਭਨਾਂ ਦਾ ਕਰਦਾ ਹੁੰਦਾ ਹੈ, ਔਰ ਜਪਦਾ ਉਹ ਆ ਜਿਹਦੇ ਤੇ ਪ੍ਰਭੂ ਦੀ ਕਿਰਪਾ ਹੋ ਜਾਵੇ। ਉਹਦੀ ਕਿਰਪਾ ਤੋਂ ਬਗੈਰ ਨਹੀਂ ਜੇ ਨਾਮ ਜਪਿਆ ਜਾਂਦਾ। ਤੁਧ ਭਾਵੈ ਤੈਨੂੰ ਚੰਗਾ ਲੱਗਿਆ। ਤੇ ਜਦੋਂ ਹਉਮੈ ਆ ਜਾਵੇ ਨਾ, ਹਉਮੈ ਤੇ ਮਨੁੱਖ ਜਦੋਂ ਕਹੇ ਮੈਂ ਨਾਮ ਜਪਦਾ, ਮੈਂ ਬੜਾ ਆ ਜੀ ਇੰਨਾ ਚਿਰ ਹੋ ਗਿਆ ਕਦੇ ਨਾਗਾ ਨਹੀਂ ਪੈਣ ਦਿੱਤਾ ਨਿਤਨੇਮ 'ਚ, ਕਦੇ ਸਿਮਰਨ 'ਚ ਨਾਗਾ ਨਹੀਂ ਪੈਣ ਦਿੱਤਾ, ਤੇ ਉਦੋਂ ਦੂਜੇ ਤੀਜੇ ਦਿਨ ਹੀ ਜਿਹੜਾ ਨਾ ਭਾਂਡਾ ਮੁੱਧਾ ਹੋ ਜਾਂਦਾ, ਜਾਗ ਹੀ ਨਹੀਂ ਆਉਂਦੀ। ਉਹ ਪ੍ਰਭੂ ਕਿਰਪਾ ਕਰੇ ਨਿਮਰਤਾ ਵਿੱਚ। ਪ੍ਰਭੂ ਜੀ ਤੁਸੀਂ ਜਪਾਉਣੇ ਹੋ, ਤੁਸੀਂ ਨਿਤਨੇਮ ਕਰਾਉਣੇ ਹੋ, ਤੁਸੀਂ ਗੁਰਦੁਆਰੇ ਲੈ ਕੇ ਆਉਣੇ ਹੋ, ਤੁਸੀਂ ਸੇਵਾ ਕਰਵਾਉਣੇ ਹੋ, ਤਾਂ ਆਇਆ ਜਾਂਦਾ ਹੈ, ਤਾਂ ਧਿਆਇਆ ਜਾਂਦਾ ਹੈ, ਤਾਂ ਜਪਿਆ ਜਾਂਦਾ ਹੈ, ਤਾਂ ਜਪਾਇਆ ਜਾਂਦਾ ਹੈ। ਮਹਾਰਾਜ ਤੇਰੀ ਕਿਰਪਾ ਤੋਂ ਬਗੈਰ ਨਹੀਂ। ਔਰ ਮਨੁੱਖ ਦੀ ਜਦੋਂ ਤੁਛ ਮਾਤਰ ਹਉਮੈ ਆਵੇਗੀ, ਉਦੋਂ ਨਾਗਾ ਪੈ ਜਾਵੇਗਾ, ਉਦੋਂ ਇਹ ਕਾਰਜ ਨਹੀਂ ਹੋਵੇਗਾ। ਮਹਾਰਾਜ ਤੈਨੂੰ ਭਾਵੇਂ ਚੰਗਾ ਲੱਗਾ, ਤੇ ਜਿਹੜਾ ਤੈਨੂੰ ਚੰਗਾ ਲੱਗੇ ਉਹਨੂੰ ਸਾਧ ਸੰਗਤ ਵੱਲੇ ਲੈ ਕੇ ਆਉਣਾ ਹੈ, ਧਾਰਮਿਕਤਾ ਧਰਮ ਵਿੱਚ ਜੋੜ ਦੇਣਾ, ਨੂੰ ਨਾਮ ਜਪਾਉਣਾ ਹੈ, ਤੇ ਸੁਖ ਤੇਰਾ ਦਿੱਤਾ ਲਈਏ। ਮੇਰੀ ਸਿਆਣਪ ਨਹੀਂ ਮੇਰੇ ਮਾਲਕਾ, ਦੁੱਖ ਮੇਰੇ ਕਰਕੇ ਨੇ ਔਰ ਸੁਖ ਤੇਰੇ ਕਰਕੇ ਮਿਲਨੇ ਨੇ। ਤੂੰ ਨਾਮ ਜਪਾਉਣਾ ਤੇ ਤਾਂ ਜਪਿਆ ਜਾਂਦਾ ਹੈ। ਔਰ ਕਹਿੰਦੇ ਮਹਾਰਾਜ ਤੂੰ ਵਿਸਰ ਨਾ, ਔਰ ਤੂੰ ਨਾਮ ਜਪਾ, ਤੂੰ ਚੇਤੇ ਆਵੇਂ ਇੱਕ ਤਿਲ ਮਾਤਰ ਵੀ ਤੂੰ ਸਾਨੂੰ ਭੁੱਲ ਨਾ। ਕਹਿੰਦੇ ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਮਹਾਰਾਜ ਮੇਰੇ ਤਾਂ ਪ੍ਰਾਣ ਚੱਲਦੇ ਹੀ ਤੇਰੇ ਕਰਕੇ ਨੇ, ਮੇਰੇ ਪ੍ਰਾਣਾਂ ਦਾ ਆਸਰਾ ਹੀ ਤੇਰਾ ਨਾਮ ਹੈ। ਤੇਰੇ ਨਾਮ ਤੋਂ ਬਗੈਰ ਇਹ ਪ੍ਰਾਣ ਸਵਾਸ ਸੁਖਾਲੇ ਨਹੀਂ ਹੋ। ਮਾਲਕਾ ਤੇਰੀ ਕਿਰਪਾ ਹੋਵੇ ਤਾਂ ਹੀ ਹੈ, ਤਾਂ ਹੀ ਕਿਰਪਾ ਹੋ ਜਾਂਦੀ ਹੈ, ਤਾਂ ਹੀ ਤੇਰੀ ਰਹਿਮਤ ਬਰਸ ਜਾਂਦੀ ਹੈ। ਮਹਾਰਾਜ ਤੂੰ ਆਧਾਰ ਆਸਰਾ ਹੈ ਮੇਰੇ ਪ੍ਰਾਣਾਂ ਦਾ। ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਕਹਿੰਦੇ ਮੂੰਹ ਲਾਲਨ ਸਿਉ ਪ੍ਰੀਤ ਬਣੀ। ਮੇਰੀ ਉਸ ਲਾਲਨ ਪਿਆਰੀ ਵਾਹਿਗੁਰੂ ਦੇ ਨਾਲ ਪ੍ਰੀਤ ਬਣੀ, ਜੁੜ ਗਈ, ਲੱਗ ਗਈ, ਸੰਬੰਧ ਬਣ ਗਿਆ, ਨਾਤਾ ਜੁੜ ਗਿਆ। ਔਰ ਗੁਰੂ ਸਿੱਖ ਵਾਲਾ ਉਹਦੇ ਨਾਲ ਸਨੇਹਾ। ਕਹਿੰਦੇ ਹੁਣ ਤੋਰੀ ਨਾ ਟੁੱਟੈ, ਤੋੜਿਆ ਵੀ ਟੁੱਟਦੀ ਨਹੀਂ, ਛੋਰੀ ਨਾ ਛੁੱਟੈ, ਛੱਡਣਾ ਵੀ ਚਾਹੀਏ ਛੁਟਕਾਰਾ ਨਹੀਂ। ਉਹਦੇ ਤੋਂ ਬਗੈਰ ਰਹਿ ਹੀ ਨਹੀਂ ਹੁੰਦਾ, ਉਹਦੇ ਤੋਂ ਬਗੈਰ ਕੁਝ ਕਹਿ ਹੀ ਨਹੀਂ ਹੁੰਦਾ। ਐਸੀ ਮਾਧੋ ਖਿੰਚ ਤਨੀ, ਹੇ ਮਾਇਆ ਦੇ ਪਤੀ ਮਾਲਕ ਜੀ, ਐਸੀ ਖਿੱਚ ਬਣੀ ਹੋਈ ਆ, ਖਿੱਚੇ ਹੋਏ ਆ ਕਿ ਤੇਰੇ ਬਗੈਰ, ਤੇਰਾ ਤਾਂ ਸਾਡੇ ਬਗੈਰ ਸਰ ਜਾਵੇਗਾ। ਮਾਲਕਾ ਤੇਰੇ ਭਗਤ ਬਹੁਤ ਹੋਣਗੇ, ਤੇਰੇ ਨਾਮ ਜਪਣ ਵਾਲੇ ਬਹੁਤ ਹੋਣਗੇ, ਤੇਰੇ ਮਾਰਗ ਤੇ ਮੁਤਲਾਚੀ ਬਹੁਤ ਹੋਣਗੇ, ਸੇਵਾ ਸਿਮਰਨ ਵਾਲੇ ਬਹੁਤ ਹੋਣਗੇ। ਮੇਰੇ ਦਾਤਿਆ ਮੇਰੇ ਕੋਲ ਤੇਰੇ ਵਰਗਾ ਦਾਤਾ ਕੋਈ ਨਹੀਂ, ਸਾਡਾ ਨਹੀਂ ਉਹ ਸਰਦਾ ਤੇਰੇ ਬਗੈਰ, ਤੇਰੇ ਤੋਂ ਬਗੈਰ ਸਾਡਾ ਨਹੀਂ ਉਹ ਸਰਦਾ। ਐਸੀ ਖਿੱਚ ਹੈ ਔਰ ਤਨੀ ਪਈ ਹੋਈ ਆ।
ਔਰ ਮਹਾਰਾਜ ਤੇਰੇ ਬਗੈਰ ਸਾਡਾ ਨਹੀਂ ਉਹ ਸਰਦਾ। ਤਾਂ ਹੀ ਕਹਿੰਦੇ ਨਾ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਸ ਇੱਕ ਨੂੰ ਜਪ, ਫਿਰ ਦਿਨ ਸਰੈਨ ਮਨ ਮਾਹੇ ਬਸਤ ਹੈ। ਇੰਨੀ ਖਿੱਚ, ਇੰਨੀ ਤੜਫ, ਰਾਤ ਬਾ ਦਿਨੇ ਹਿਰਦੇ ਦੇ ਅੰਦਰ ਉਹ ਵਸਦਾ ਹੈ, ਦੂਰ ਨਹੀਂ। ਜਿਹੜਾ ਅੰਦਰ ਵਸਦਾ ਹੈ ਔਰ ਉਹਦੀ ਖਿੱਚ ਦੇਦਾਰਾਂ ਦੀ ਔਰ ਉਹਦੇ ਨਾਲ ਗੱਲਬਾਤ ਉਤੋਂ ਦੂਰੀ ਨਹੀਂ। ਕਹਿੰਦੇ ਤੂੰ ਕਰ ਕਿਰਪਾ ਪ੍ਰਭ ਆਪਣੀ, ਦੇਦਾਰ ਸਾਖਸ਼ਾਤ ਰੂਪ ਅੰਦਰ, ਤਾਂ ਉਹਨੇ ਤੇਰੀ ਕਿਰਪਾ ਹੋ ਗਈ। ਮਿਲਾਪ ਤਾਂ ਹੋਣਾ ਤੇਰੇ ਵਿੱਚ, ਅਭੇਦਤਾ ਤਾਂ ਹਾਸਲ ਹੋਣੀ ਏ। ਕਰ ਕਿਰਪਾ ਆਪਣੀ, ਤੂੰ ਆਪਣੀ ਕਿਰਪਾ ਕਰ, ਆਪਣੀ ਮਿਹਰ ਕਰ। ਤੇ ਫਿਰ ਜਦੋਂ ਮਿਹਰ ਕਰਦਾ, ਮਿਹਰ ਕਰੇ ਜੇ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਤੇ ਉਹਦੀ ਮਿਹਰ, ਉਹਦੀ ਰਹਿਮਤ, ਕਹਿਣ ਲੱਗੇ ਸ਼ਬਦ ਸੁਰਤ ਦੇ ਵਿੱਚ ਸਫੁਰਤੀ, ਔਰ ਉਹ ਤੁਰਤ ਹੀ ਸੁਰਤ ਜੁੜ ਜਾਂਦੀ ਏ। ਜੁਰਤ ਹੈ ਸਾਧ ਸੰਗ ਮੁਕਤ ਨਾ ਮੁਰਤ ਨਾਹੀ। ਕਹਿੰਦੇ ਉਧਰੋਂ ਮੁੜਦਾ ਨਹੀਂ, ਤੇ ਸਾਧ ਸੰਗਤ ਵਿੱਚ ਆ ਕੇ ਜੁਰਤ ਜੁੜ ਜਾਂਦੀ ਏ। ਟੁੱਟੀ ਹੋਈ ਸੁਰਤ, ਟੁੱਟੇ ਹੋਏ ਜੀਵ ਦੂਰ ਹੀ ਜਿਨ੍ਹਾਂ ਦੀ ਬਣੀ ਨਾ, ਉਹ ਕੁਝ ਕੁ ਦਿਨ ਸਾਧ ਸੰਗਤ ਵਿੱਚ ਆ ਜਾਣ, ਤੇ ਫਿਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਈ ਤੁਸੀਂ ਰੋਜ਼ ਆਇਆ ਕਰੋ। ਇੱਕ ਰਸ ਬਣ ਜਾਂਦਾ ਹੈ ਅੰਦਰੂਨੀ, ਉਹ ਆਪਣੇ ਆਪ ਆਉਣ ਲੱਗ ਜਾਂਦਾ ਹੈ। ਭਾਵੇਂ ਨਾ ਉਹ ਨਾਸਤਕ ਜਿਹਾ ਹੋਵੇ, ਤੇ ਉਹ ਆਉਣ ਲੱਗ ਜਾਂਦਾ, ਤੇ ਫਿਰ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਥੋੜ੍ਹੀ ਥੋੜ੍ਹੀ ਸੇਵਾ ਵੀ ਕਰਨ ਲੱਗ ਜਾਂਦਾ, ਭਾਂਡਾ ਮਾਂਜਣ ਲੱਗ ਪੈਂਦਾ ਐਸਤਾ ਐਸਤਾ ਅੰਦਰੋਂ। ਫਿਰ ਉਹ ਚਲਦਿਆਂ ਚਲਦਿਆਂ ਨਾਮ ਜਪਣ ਲੱਗ ਜਾਂਦਾ, ਬਾਣੀ ਤੇ ਭਰੋਸਾ ਇਮਾਨ ਲਿਆਉਣ ਲੱਗ ਜਾਂਦਾ ਹੈ। ਉਹ ਆਪਣੇ ਆਪ ਚੱਲਦਾ। ਉਹ ਕਿਸੇ ਦੇ ਇੱਕ ਦਿਨ ਆਉਂਦਾ, ਕੋਈ ਕਹੇ ਵੀ ਨਾ ਰਹਿਣ ਦੇ ਯਾਰ ਕਿੱਧਰ ਨੂੰ ਚੱਲਿਆ, ਕਹਿੰਦਾ ਨਹੀਂ, ਉਹ ਮੁਰਤ ਨਾਹੀ। ਉਹ ਕਿਸੇ ਦੇ ਮੋੜਿਆਂ ਮੁੜਦਾ ਨਹੀਂ, ਭਲੇ ਪਾਸਿਓਂ ਸਾਧ ਸੰਗਤ ਵਿੱਚ ਚੱਲ ਕੇ ਆਉਂਦਾ ਹੈ। ਇਹ ਗੁਰੂ ਦੀ ਰਹਿਮਤ ਏ। ਜਿਹੜੇ ਗੁਰੂ ਵੱਲ ਨੂੰ ਕਦਮ ਵਧਾਉਂਦੇ ਨੇ, ਚੱਲ ਕੇ ਆਉਂਦੇ ਨੇ, ਕਹਿੰਦੇ ਪ੍ਰੇਮ ਪ੍ਰਤੀਤ ਕੀ ਰੀਤ ਹਿਤ ਚੀਤ ਕਰ। ਔਰ ਚਿੱਤ ਦੇ ਅੰਦਰੋਂ ਆਪਣੇ ਹਿਰਦੇ ਚੋਂ ਔਰ ਹਿਤ ਪ੍ਰੇਮ ਦੀ ਔਰ ਰੀਤੀ ਨਿਭਾਈ, ਮਰਜ਼ਾਦਾ, ਤੇ ਉਹ ਪ੍ਰਤੀਤ ਭਰੋਸਾ, ਔਰ ਉਹ ਪ੍ਰਤੀਤ ਭਰੋਸਾ ਆ ਗਿਆ ਪਰਮਾਤਮਾ ਦੇ ਬਚਨਾਂ ਤੇ। ਪ੍ਰੇਮ ਦੇ ਵਿੱਚ ਵਿਸ਼ਵਾਸ ਆ ਗਿਆ ਕਿ ਪਰਮਾਤਮਾ ਜੋ ਕਹਿੰਦਾ ਹੈ ਉਹ ਹੋਵੇਗਾ। ਮੇਰਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ, ਮੇਰਾ ਰਖਵਾਲਾ ਪ੍ਰਭੂ ਹੈ। ਤੇ ਜਦੋਂ ਪ੍ਰਭੂ ਰਖਵਾਲਾ ਹੋਵੇ ਨਾ, ਤੇ ਫਿਰ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਏ। ਪ੍ਰੇਮ ਪ੍ਰਤੀਤ ਕੀ ਰੀਤ ਹਿਤ ਚੀਤ ਕਰ। ਚਿੱਤ ਕਰਕੇ ਉਹਨੂੰ ਜਪ, ਆਰਾਧਨਾ ਕਰ, ਔਰ ਚਿੱਤ ਹਿਤ ਪ੍ਰੇਮ ਦੇ ਨਾਲ ਜੋੜ। ਹਿਤ ਵਾਸਤੇ ਪ੍ਰੇਮ ਪ੍ਰਾਪਤ ਕਰਨ ਵਾਸਤੇ ਪ੍ਰਭੂ ਤੇ ਵਿਸ਼ਵਾਸ ਕਰ, ਤੇ ਪਰਮਾਤਮਾ ਦੇ ਪ੍ਰੇਮ ਦੀ ਪ੍ਰਾਪਤੀ ਵਾਸਤੇ ਕਹਿੰਦੇ ਫਿਰ ਕੀ ਹੋਵੇਗਾ, ਜੀਤ ਮਨ ਜਗਤ। ਫਿਰ ਜਗਤ ਦੇ ਵਿੱਚ ਰਹਿੰਦਿਆਂ ਆਪਣੇ ਮਨ ਨੂੰ ਜਿੱਤ ਲਵੇਂਗਾ। ਮਨ ਨੂੰ ਜਿੱਤ ਲਵੇਂਗਾ ਤੇ ਫਿਰ ਮਨ ਜੀਤੈ ਜਗ ਜੀਤ। ਜਦੋਂ ਮਨ ਜਿੱਤ ਲਿਆ ਨਾ ਜਗਤ ਵਿੱਚ ਰਹਿੰਦਿਆਂ, ਇਹ ਮਨ ਹੀ ਕਹਿੰਦਾ ਹੈ ਦੂਜਾ ਮੇਰਾ ਵੈਰੀ ਹੈ, ਮਨ ਹੀ ਕਹਿੰਦਾ ਇਹ ਮੇਰਾ ਮੁੰਡਾ ਹੈ, ਦੂਜਾ ਕਿਸੇ ਹੋਰ ਦਾ ਹੈ, ਇਹ ਮੇਰਾ ਰਿਸ਼ਤੇਦਾਰ, ਇਹ ਕੋਈ ਬੁਰਾ ਹੈ, ਇਹ ਕੋਈ ਹੋਰ ਆ। ਮਨ ਹੀ ਵੈਰੀ ਕਹਿੰਦਾ, ਮਨ ਹੀ ਮਿੱਤਰ ਕਹਿੰਦਾ, ਮਨ ਹੀ ਆਪਣੇ ਪਰਾਏ ਦਾ ਪਵਾੜਾ ਪਾਉਂਦਾ ਹੈ। ਉਸ ਦਿਨ ਮਨ ਨੂੰ ਸਾਰੇ ਮਾਲਕ ਦੇ ਦਿਸਣ ਲੱਗ ਜਾਣਗੇ, ਇਹ ਮਾਲਕ ਦੇ ਨੇ, ਤੇ ਜਿਹੜੇ ਮਾਲਕ ਦੇ ਨੇ ਉਹ ਮੇਰੇ ਨੇ, ਔਰ ਪਰਾਇਆ ਕੋਈ ਨਹੀਂ। ਕਹਿੰਦੇ ਮਨ ਦੁਰਤ ਨਹੀਂ। ਫਿਰ ਮਨ ਦੇ ਵਿੱਚ ਪਾਪ ਨਹੀਂ ਆਉਂਦਾ, ਪਾਪ ਵਿਚਾਰ ਨਹੀਂ ਆਉਂਦੀ, ਪਾਪ ਫੁਰਨੇ ਨਹੀਂ ਆਉਂਦੇ, ਔਰ ਹਮੇਸ਼ਾ ਜਿਹੜੇ ਪਰਉਪਕਾਰ ਵਾਲੇ ਫੁਰਨੇ ਆਉਂਦੇ ਨੇ, ਉਹ ਪਰ ਉਪਕਾਰ ਨਿਤ ਚਿਤਵਦਾ ਹੈ ਤੇ ਕਰਦਾ ਹੈ। ਭਾਈ ਸਾਹਿਬ ਕਹਿੰਦੇ ਕਾਮ ਨੇਹ ਕਰਮ ਹੋਈ ਕਰਮ ਕਰ। ਕਹਿੰਦੇ ਉਹ ਪ੍ਰਭੂ ਵੱਲ ਨੂੰ ਚੱਲਦਾ ਹੋਇਆ
ਔਰ ਜਿਹੜੀਆਂ ਕਾਮਨਾਵਾਂ ਨੇ ਉਥਲ ਪੁਥਲ ਮਚਾਈ ਹੈ ਨਾ, ਤੇ ਕਹਿੰਦੇ ਉਹਨਾਂ ਤੋਂ ਨਿਹ ਕਾਮ ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਉਹਦੀਆਂ ਕਾਮਨਾਵਾਂ ਅੰਦਰੋਂ ਖਤਮ ਹੋ ਜਾਂਦੀਆਂ ਨੇ। ਨਿਹ ਕਰਮ ਹੋਏ ਕਰਮ ਕਰ। ਔਰ ਜਿਹੜੇ ਕਰਮ ਕਰਦਾ ਸੰਸਾਰ ਵਿੱਚ ਬਿਰਤੀਆਂ ਨੂੰ ਖੰਡਾਉਣ ਵਾਲੇ ਮਾੜੇ ਕਰਮ, ਕਿਉਂਕਿ ਜਾ ਵੇਹ ਕਰਮ ਕਮਾਵਦਾ ਤਾਂ ਵੇਹ ਫਲ ਤੇ, ਚੱਬੇ ਤੱਤਾ ਲੋ ਸਾਰ ਵਿੱਚ ਸੰਗਹਿ ਪਲਤੇ, ਘਤ ਗਿਲਾਵਾ ਚਾਲਿਆ ਤਿਨ ਦੂਤ ਅਮਲ ਤੇ, ਕਾਈ ਆਸ ਨਾ ਪੁੰਨੀਆਂ ਪਰ ਮਲ ਹਿਰਤੇ, ਸਭੇ ਧਿਰਾ ਨਿਖੁਟੀਐਸ ਹਿਰ ਲਈਐਸ ਕਰਤੇ। ਔਰ ਉਹਦੀਆਂ ਸਾਰੇ ਆਸਰੇ ਟੁੱਟ ਗਏ। ਕਦੋਂ? ਜਦੋਂ ਕਰਮ ਮਾੜੇ ਕੀਤੇ। ਕਰਮਾਂ ਕਰਕੇ ਮਾਲਕ ਦੇ ਨੇੜੇ ਜਾਣਾ ਹੈ, ਤੇ ਮਾੜੇ ਕਰਮ ਕਰਨ ਦੇ ਨਾਲ ਹੀ ਦੂਰੀ ਪੈ ਜਾਣੀ। ਮਹਾਰਾਜ ਬਾਣੀ ਆਪ ਜਪਜੀ ਸਾਹਿਬ ਪੜ੍ਹਦੇ ਹੋ ਨਾ, ਤੇ ਮਹਾਰਾਜ ਕਹਿੰਦੇ ਆ, ਕਰਮੀ ਔਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਥੇ ਕਿਹਾ ਬਹੁਤਿਆਂ ਦਾ ਛੁਟਕਾਰਾ ਹੁੰਦਾ, ਉੱਥੇ ਇਹ ਵੀ ਕਿਹਾ ਕਿ ਕਰਮੀ ਆਪੋ ਆਪਣੀ, ਕਰਮ ਆਪਣੇ ਨੇ। ਚੰਗਿਆਂ ਦੇ ਕਰਮ ਆਪਣੇ ਨੇ, ਮੰਦਿਆਂ ਦੇ ਕਰਮ ਆਪਣੇ ਨੇ। ਬੇਸ਼ੱਕ ਉਹ ਰਲ ਕੇ ਇੱਕੋ ਮਨ ਜਾਏ ਕਿਉਂ ਨਾ ਹੋਵਣ, ਕਰਮ ਆਪਣੇ ਆਪਣੇ ਨੇ। ਤੇ ਕੀਤੇ ਹੋਏ ਕਰਮ ਚੰਗੇ ਜਾਂ ਮਾੜੇ ਕੇ ਨੇੜੇ, ਕਿੰਨੇ ਹੀ ਪ੍ਰਮਾਤਮਾ ਦੇ ਨੇੜੇ ਚਲੇ ਗਏ, ਤੇ ਕਿ ਦੂਰ ਕਿੰਨੇ ਹੀ ਪ੍ਰਮਾਤਮਾ ਤੋਂ ਦੂਰ ਚਲੇ ਗਏ। ਮਾੜੇ ਕਰਮਾਂ ਵਾਲਿਆਂ ਦੀ ਦੂਰੀ ਬਣ ਗਈ, ਚੰਗੇ ਕਰਮ ਕਰਨ ਕਰਕੇ ਨਜ਼ਦੀਕੀ ਬਣ ਗਈ। ਔਰ ਉਹ ਕਰਮ ਕਰਦੇ ਨੇ ਤੇ ਸਰੇਟ ਕਰਮ ਕਰਦਿਆਂ ਹੋਇਆਂ ਮਾੜੇ ਕਰਮਾਂ ਤੋਂ ਨਿਰਹਿਤ ਹੋ ਗਏ, ਮਾੜੇ ਪਾਸੇ ਮਾੜਾ ਕਰਨ ਤੋਂ ਨਿਰਹਿਤ ਹੋ ਗਏ। ਆਸਨ ਰਸ ਹੋਏ ਝਰਤ ਨਾਹੀ, ਜਿੰਨੀਆਂ ਆਸਾਵਾਂ ਨੇ ਅੰਦਰ, ਉਹਨਾਂ ਤੋਂ ਨਿਰਾਸ਼ ਹੋ ਕੇ, ਰਹਿਤ ਹੋ ਕੇ ਹੁਣ ਝਰਤ ਨਾਹੀ। ਔਰ ਟੁੱਟਦੇ ਨਹੀਂ, ਮੁੱਕਦੇ ਨਹੀਂ, ਖਾਤਮਾ ਨਹੀਂ ਹੁੰਦਾ। ਔਰ ਨਿਰਵਿਕਲਪ ਹੋ ਗਏ ਨੇ ਪਦਾਰਥਾਂ ਵੱਲੋਂ। ਹੁਣ ਖਿਆਲਾਤ ਪ੍ਰਭੂ ਵਾਲੇ ਬਣ ਗਏ ਨੇ। ਗਿਆਨ ਗੁਰ ਧਿਆਨ ਉਰ ਮਨ ਪੂਰਨ ਬ੍ਰਹਮ, ਗੁਰੂ ਦਾ ਗਿਆਨ ਪ੍ਰਾਪਤ ਕਰਕੇ ਹਿਰਦੇ ਵਿੱਚ ਧਿਆਨ ਟਿਕਾਇਆ ਹੈ। ਧਿਆਨ ਔਰ ਮਾਨ ਮੰਨਣ ਕੀਤਾ ਕਿ ਪੂਰਨ ਬ੍ਰਹਮ, ਪਰਿਪੂਰਨ ਪਰਮਾਤਮਾ ਦਾ ਗਿਆਨ ਸਹਿਤ ਹੋ ਕੇ ਇਹ ਮੰਨ ਲੈਣਾ ਕੀਤਾ, ਧਿਆਨ ਟਿਕਾਇਆ ਹੈ ਬਈ ਉਹ ਪੂਰਨ ਬ੍ਰਹਮ ਹੈ। ਉਹੀ ਬ੍ਰਹਮ ਬਾਹਰ ਹੈ, ਉਹੀ ਬ੍ਰਹਮ ਔਰ ਜਿਹੜਾ ਅੰਦਰ ਵਸਦਾ ਹੈ। ਤੇ ਜੋ ਫਿਰ ਉਹ ਆਪਣੇ ਲਈ ਭਲਾ ਲੋਚਦਾ ਹੈ, ਫਿਰ ਉਹ ਬਾਹਰ ਲਈ ਕਦੇ ਬੁਰਾ ਨਹੀਂ ਲੋਚਦਾ ਸੋਚਦਾ। ਔਰ ਉਹਨੂੰ ਵੀ ਸਵੱਛ ਜਾਣਦਾ ਹੈ ਵੀ ਭਲਾ ਕਿਵੇਂ ਹੋਵੇ, ਸਾਫ ਸਫਾਈ ਕਿਵੇਂ ਹੋਵੇ, ਅੱਛਾਈ ਕਿਵੇਂ ਫੈਲਾਈ ਜਾਏ, ਇਹ ਬਦਬੂ ਨੂੰ ਕਿਵੇਂ ਦੂਰ ਕੀਤਾ ਜਾਵੇ। ਔਰ ਉਹਦੇ ਅੰਦਰ ਵਿਚਾਰਧਾਰਾ ਐਸੀ ਬਣ ਆਉਂਦੀ ਆ। ਮਹਾਰਾਜ ਕਹਿੰਦੇ ਜਗਤ ਮਹਿ, ਜਗਤ ਦੇ ਵਿੱਚ ਬਹੁਤਾਤ ਅੰਦਰ ਜੀਵੇ। ਜਦੋਂ ਆਪਣਾ ਭਲਾ ਹੁੰਦਾ ਹੋਵੇ ਉਦੋਂ ਦਾ ਕਹਿਣਗੇ ਜੀ ਭਲਾ ਹੋਣਾ ਚਾਹੀਦਾ, ਬੜਾ ਅੱਛਾ, ਮਦਦ ਹੋਣੀ ਚਾਹੀਦੀ। ਜਦੋਂ ਕਿਸੇ ਤੇ ਗੱਲ ਆਵੇ ਕਹਿੰਦੇ ਕਿੰਨਿਆਂ ਕੁ ਦਾ ਕੀਤੀ ਜਾਈਏ, ਮੇਰੇ ਕੀਤਿਆਂ ਥੋੜਾ ਹੋਣਾ ਹੈ। ਤੂੰ ਆਪਣਾ ਕਰਮ ਕਰ, ਤੂੰ ਦੂਜਿਆਂ ਤੋਂ ਕੀ ਲੈਣਾ ਹੈ, ਤੂੰ ਜੋ ਕਰ ਸਕਦਾ ਉਹ ਕਰ। ਜੇ ਭਲਾ ਲੋਚਦੇ ਆਪਣਾ ਤੇ ਕਿਸੇ ਦਾ ਪਹਿਲਾਂ ਕਰਨਾ ਸਿੱਖੀਏ, ਔਰ ਕਿਸੇ ਦਾ ਕੁਝ ਕਰਾਂਗੇ ਤੇ ਆਪਣਾ ਹੋਵੇਗਾ। ਐਸਾ ਜਗਤ ਦੇ ਵਿੱਚ, ਸੰਸਾਰ ਦੇ ਅੰਦਰ ਗੁਰੂ ਦਾ ਗਿਆਨ, ਗੁਰੂ ਦਾ ਧਿਆਨ ਹਿਰਦੇ ਦੇ ਅੰਦਰ, ਉਹਨੂੰ ਸਾਖਸ਼ਾਤ ਰੂਪ ਅੰਦਰ ਮੰਨੇ, ਉਹੀ ਬਾਹਰ ਕਰੇ। ਕਹਿੰਦੇ ਭਗਤ ਮਤ ਸ਼ਰਤ ਨਾਹੀ, ਕਹਿੰਦੇ ਭਗਤਾਂ ਦਾ ਮਤ ਹੈ, ਭਗਤੀ ਵਾਲਾ ਮਤ ਹੈ। ਭਗਤਾਂ ਨੇ ਇਸ ਮਤ ਨੂੰ ਅਪਣਾਇਆ। ਜੇ ਭਗਤ ਵੀ ਕਹਿੰਦੇ ਨਾ ਕਿ ਲੋਕਾਈ ਮਾੜੇ ਪਾਸੇ, ਤੇ ਅਸੀਂ ਕਿੰਨਿਆਂ ਕੁ ਨੂੰ ਸਵਾਰਾਂਗੇ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਜਿੰਨੇ ਵੀ ਭਗਤ ਨੇ, ਜਿੰਨੇ ਗੁਰਸਿੱਖ ਕਮਾਈ ਵਾਲੇ ਹੋਏ ਨੇ, ਉਸ ਵੇਲੇ ਛੂਤ ਛਾਤ ਬੜੀ ਸਿਖਰ 'ਤੇ ਸੀ। ਉਦੋਂ ਕਿੰਨਾ ਕੁ ਵਿਰੋਧ ਹੋਵੇਗਾ, ਕਿੰਨਾ ਵਿਰੋਧ ਉਹਨਾਂ ਝੱਲਿਆ। ਉਹਨਾਂ ਸਾਡਾ ਤਾਂ ਵਿਰੋਧ ਹੈ ਹੀ ਨਹੀਂ। ਅਸੀਂ ਕਹਿੰਦੇ ਛੱਡੋ, ਆ ਤਾਂ ਮੇਰੇ ਪਿੰਡ ਦਾ, ਆ ਤਾਂ ਮੇਰੇ ਔਰ ਮਿੱਤਰ ਦਾ ਮਿੱਤਰ ਹੈ, ਮੈਨੂੰ ਨਾ ਚਾਹੁੰਦਿਆਂ ਵੀ ਇੱਧਰ ਖਲੋਣਾ ਪੈਣਾ। ਕਿਉਂ? ਮੈਂ ਭਾਵੇਂ ਸੱਚ ਹੈ, ਮੈਨੂੰ ਪਤਾ
ਤੇ ਸੱਚ ਨੂੰ ਜਾਣਦਿਆਂ ਵੀ ਝੂਠ ਦਾ ਸਾਥ ਦੇਣਾ ਬਰਬਾਦੀ ਏ। ਜਿੰਨੇ ਮਹਾਭਾਰਤ ਦੇ ਵਿੱਚ ਸਾਰੇ ਮਰੇ ਨਾ, ਦੁਰਯੋਧਨ ਦੇ ਸਾਥੀ ਸੀ, ਉਹ ਸਾਰੇ ਸੱਚ ਨੂੰ ਜਾਣਦੇ ਸੀ ਕਿ ਦੁਰਯੋਧਨ ਗਲਤ ਏ, ਪਰ ਉਹਦੀ ਨੀਤੀ ਨੂੰ ਅਪਣਾਇਆ, ਉਹਦੇ ਪੱਖ 'ਚ ਖੜੇ, ਉਹਦੇ ਨਾਲ ਤੁਰੇ, ਉਹਦੇ ਪੱਖ 'ਚ ਤੀਰ ਚਲਾਏ, ਰੱਥ ਭੁਜਾਏ, ਇਕੱਠ ਕੀਤਾ, ਉਸ ਪਾਸੇ ਨੂੰ ਚੱਲੇ। ਮਾੜੇ ਦਾ ਸਾਥ ਦੇ ਕੇ ਸਾਰੇ ਹੀ ਮਰ ਗਏ। ਇਸ ਕਰਕੇ ਮਾੜੇ ਦੇ ਨਾਲ ਬੇੜਾ ਡੁੱਬਦਾ ਹੈ, ਮਾੜੇ ਪਾਸੇ ਤੁਰਿਆਂ ਡੁੱਬਦਾ ਹੈ, ਮਾੜੇ ਪਾਸੇ ਜੁੜਿਆਂ ਡੁੱਬਦਾ ਹੈ। ਚੰਗੇ ਮਾਰਗ ਤੇ ਚੱਲੀਏ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਸ ਪਾਸੇ ਨੂੰ ਤੁਰੀਏ, ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ। ਗਰੀਬ ਨਵਾਜ ਕਿਰਪਾ ਕਰਨ। ਜੋ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਆ ਰਹੇ ਨਾ ਕਿ ਇਹਨਾਂ ਨੁਕਤਿਆਂ ਕਰਕੇ, ਇਹਨਾਂ ਗੁਣਾਂ ਨੂੰ ਧਾਰਨ ਕਰਕੇ ਮਾਲਕ ਨਾਲ ਮਿਲ ਜਾਵਾਂਗੇ। ਉਸ ਮਾਰਗ ਤੇ ਚੱਲੀਏ, ਕੁਝ ਨਾ ਕੁਝ ਜੀਵਨ ਅੰਦਰ ਘਟਾਉਣ ਦਾ ਯਤਨ ਕਰੀਏ, ਫਿਰ ਸਾਡਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਾਹਿਬ ਦੇ ਗੁਰਮਤ ਦੇ ਗਿਆਨ ਦੇ ਬਚਨ ਜਾਨ ਹਿਰਦਿਆਂ ਅੰਦਰ ਵਸਾਵਣੇ, 10 ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਸਤਿਗੁਰੂ ਕੀ ਸੰਗਤ ਗਰੀਬ ਨਵਾਜ ਆਪ ਬਖਸ਼ਣ ਜੋਗੋਂ, ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਬਖਸ਼ਿਸ਼ ਕਰਿਆ ਜੇ। ਜੋ ਸਾਹਿਬ ਦੇ ਬਚਨ ਨੇ ਉਹ ਪੜ੍ਹ ਪੜਾ ਕੇ ਤੁਸ਼ ਬੁੱਧੀ ਅਨੁਸਾਰ ਸੰਖੇਪ ਰੂਪ 'ਚ ਆਪ ਦੇ ਸਮਕਸ਼ ਉਹਨਾਂ ਦੀ ਵਿਚਾਰ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।